BA ਸਮੈਸਟਰ 3 ਪੰਜਾਬੀ ਇਲੈਕਟਿਵ ਕਵੀਆਂ ਬਾਰੇ ਪ੍ਰਸ਼ਨ ਪਹਿਲਾ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੇ ਪੰਜਾਬੀ ਕਾਵਿ ਸਾਹਿਤ ਨੂੰ ਯੋਗਦਾਨ ਬਾਰੇ ਜਾਣਕਾਰੀ ਦਿਓ, ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਕਾਵਿ ਰਚਨਾ ਬਾਰੇ ਵਿਚਾਰ ਪ੍ਰਗਟ ਕਰੋ। ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧੇ, ਸੈਨਾਪਤੀ, ਧਾਰਮਿਕ ਆਗੂ, ਸਮਾਜ ਸੁਧਾਰਕ ਤੇ ਆਤਮਦਰਸ਼ੀ ਮਹਾਂਪੁਰਖ ਹੋਣ ਤੋਂ ਇਲਾਵਾ ਇੱਕ ਉੱਚ ਕੋਟੀ ਦੇ ਕਵੀ ਤੇ ਸਾਹਿਤ ਰਸੀਏ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਆਪ ਦੇ ਦਰਬਾਰ ਵਿੱਚ 52 ਕਵੀ ਸਨ। ਗੁਰੂ ਜੀ ਨੇ ਇਹਨਾਂ ਦਰਬਾਰੀ ਕਵੀਆਂ ਦੀ ਸਹਾਇਤਾ ਨਾਲ ਬਹੁਤ ਸਾਰਾ ਸਾਹਿਤ ਇਕੱਤਰ ਕੀਤਾ। ਆਪ ਦੀ ਸਾਰੀ ਉਮਰ ਜੰਗਾਂ ਯੁੱਧਾਂ ਵਿੱਚ ਲੱਗੇ ਰਹਿਣ ਦੇ ਕਾਰਨ ਆਪ ਦਾ ਰਚਿਆ ਬਹੁਤ ਸਾਰਾ ਸਾਹਿਤ ਨਸ਼ਟ ਹੋ ਗਿਆ। ਆਪ ਦਾ ਜਨਮ 1666 ਈਸਵੀ ਵਿੱਚ ਪਟਨਾ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ। ਕੁਝ ਸਮਾਂ ਪਟਨਾ ਸ਼ਹਿਰ ਵਿੱਚ ਰਹਿ ਕੇ ਆਪ ਅਨੰਦਪੁਰ ਸਾਹਿਬ ਆ ਗਏ। ਸੰਨ 1675 ਈਸਵੀ ਵਿੱਚ ਜਦ ਆਪ ਦੇ ਪਿਤਾ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਤਾਂ ਆਪ ਗੁਰਗੱਦੀ 'ਤੇ ਬੈਠੇ। ਆਪ ਨੇ ਇਸ ਸ਼ਹੀਦੀ ਨੂੰ ਸਿੱਖ ਕੌਮ ਦੀ ਜ਼ਿੰਦਗੀ ਅਤੇ ਅਣਖ ਉੱਤੇ ਇੱਕ ਭਾਰੀ ਚੋਟ ਸਮਝ ਕੇ ਸਿੱਖ ਪੰਥ ਨੂੰ ਇੱਕ ਸੈਨਿਕ ਜਥੇਬੰਦੀ ਦੇ ਰੂਪ ਵਿੱਚ ਸੰਗਠਿਤ ਕਰਨ ਦਾ ਹਰ ਸੰਭਵ ਯਤਨ ਕੀਤਾ ਅਤੇ ਆਪ ਵੀ ਬੀਰਤਾ ਤੇ ਸੈਨਿਕਤਾ ਦੇ ਹੁਨਰਾਂ ਵਿੱਚ ਪ੍ਰਵੀਨਤਾ ਪ੍ਰਾਪਤ ਕੀਤੀ। 3 ਸਾਲ ਗੁਰੂ ਜੀ ਪਾਉਂਟਾ ਸਾਹਿਬ ਦੇ ਪਹਾੜੀ ਸਥਾਨ 'ਤੇ ਟਿਕੇ ਅਤੇ ਇੱਥੇ ਪਹਾੜੀ ਰਾਜਿਆਂ ਨਾਲ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿੱਚ ਜਿੱਤ ਗੁਰੂ ਜੀ ਦੀ ਹੋਈ। ਫਿਰ ਅਨੰਦਪੁਰ ਵਾਪਸ ਆ ਕੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨਾਲ ਕਈ ਯੁੱਧ ਹੋਏ। ਅੰਤ ਗੁਰੂ ਜੀ ਨੂੰ 1704 ਈਸਵੀ ਵਿੱਚ ਅਨੰਦਪੁਰ ਦਾ ਕਿਲ੍ਹਾ ਛੱਡਣਾ ਪਿਆ। ਕਿਲ੍ਹਾ ਛੱਡਣ ਉਪਰੰਤ ਆਪ ਨੂੰ ਭਾਰੀ ਕਸ਼ਟ ਸਹਿਣੇ ਪਏ। ਚਾਰੇ ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ, ਪਰ ਆਪ ਨੇ ਆਪਣਾ ਕਰਤੱਵ ਨਹੀਂ ਛੱਡਿਆ। ਮਾਲਵਾ ਦੇਸ਼ ਵਿੱਚ ਫਿਰਦੇ ਹੋਏ ਆਪ 1 ਸਾਲ ਦੇ ਕਰੀਬ ਸਾਬੋ ਦੀ ਤਲਵੰਡੀ, ਬਠਿੰਡੇ ਦੇ ਨੇੜੇ, ਜਿਸ ਨੂੰ ਗੁਰੂ ਕੀ ਕਾਸ਼ੀ ਕਹਿੰਦੇ ਹਨ, ਠਹਿਰੇ। ਉੱਥੋਂ ਦੱਖਣ ਵੱਲ ਬਹਾਦਰ ਸ਼ਾਹ ਦੇ ਨਾਲ ਨਾਂਦੇੜ ਤੱਕ ਗਏ। ਉੱਥੇ ਆਪ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ। ਆਪ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਨੂੰ ਸੌਂਪ ਦਿੱਤੀ। ਰਚਨਾ। ਆਪ ਨੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਚੰਡੀ ਦੀ ਵਾਰ ਤੇ ਇੱਕ ਸ਼ਬਦ ਮਿੱਤਰ ਪਿਆਰੇ ਨੂੰ ਪੰਜਾਬੀ ਵਿੱਚ ਮਿਲਦੇ ਹਨ, ਪਰ ਜਾਪੂ ਸਾਹਿਬ, ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਚਰਿੱਤਰ, ਸ਼ਸਤਰਨਾਮਾ, ਬਹੁਤ ਸਾਰੇ ਸ਼ਬਦ ਸਵਈਏ ਨੂੰ ਗੋਬਿੰਦ ਗੀਤਾ ਬ੍ਰਜ ਭਾਸ਼ਾ ਵਿੱਚ ਹਨ। ਇਹ ਸਾਰੀ ਬਾਣੀ ਦਸਮ ਗ੍ਰੰਥ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਫਾਰਸੀ ਵਿੱਚ ਔਰੰਗਜ਼ੇਬ ਨੂੰ ਲਿਖਿਆ ਜ਼ਫ਼ਰਨਾਮਾ ਅਤੇ ਅਕਾਇਦ ਵੀ ਹਨ। ਕਾਵਿ ਕਲਾ। ਚੰਡੀ ਦੀ ਵਾਰ ਪੰਜਾਬੀ ਦੀ ਵੀਰ ਰਸੀ ਸਾਹਿਤ ਵਿੱਚ ਲਾਸਾਨੀ ਦਰਜਾ ਰੱਖਦੀ ਹੈ। ਗੁਰੂ ਸਾਹਿਬ ਨੇ ਇਸ ਰਚਨਾ ਦੀ ਕਹਾਣੀ ਮਾਰਕੰਡੇ ਪੁਰਾਣ ਵਿੱਚੋਂ ਲੈ ਕੇ ਉਸਦਾ ਪੰਜਾਬੀ ਕਵਿਤਾ ਵਿੱਚ ਉਲਥਾ ਕੀਤਾ ਹੈ। ਸਿੱਖ ਪੰਥ ਅਤੇ ਵਿਸ਼ੇਸ਼ ਕਰਕੇ ਨਿਹੰਗ ਸਿੰਘਾਂ ਵਿੱਚ ਇਸ ਰਚਨਾ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਹੈ। ਉਹ ਇਸ ਦਾ ਰੋਜ਼ਾਨਾ ਪਾਠ ਕਰਦੇ ਹਨ। ਇਸ ਰਚਨਾ ਦਾ ਮੰਗਲਾਚਰਨ ਸਿੰਘਾਂ ਦੀ ਅਰਦਾਸ ਦਾ ਅਟੁੱਟ ਅੰਗ ਬਣ ਗਿਆ ਹੈ। ਇਸ ਰਚਨਾ ਵਿੱਚ ਦੁਰਗਾ ਦੇਵੀ ਰਾਖਸ਼ਾਂ ਵਿਰੁੱਧ ਦੇਵਤਿਆਂ ਦੀ ਅਗਵਾਈ ਕਰਦੀ ਹੋਈ ਇੱਕ ਜੇਤੂ ਲੜਾਈ ਕਰਦੀ ਹੈ। ਇਸ ਪ੍ਰਕਾਰ ਉਹ ਇਸ ਰਚਨਾ ਦੀ ਇੱਕ ਮਹਾਨ ਤੇ ਆਦਰਸ਼ ਨਾਇਕਾ ਹੈ। ਗੁਰੂ ਜੀ ਨੇ ਉਸਦੀ ਬਹਾਦਰੀ ਨੂੰ ਚਮਕਾਉਣ ਲਈ ਰਾਖਸ਼ਾਂ ਦੀ ਬਹਾਦਰੀ ਨੂੰ ਵੀ ਚਿਤਰਿਆ ਹੈ। ਗੁਰੂ ਸਾਹਿਬ ਰਾਖਸ਼ਾਂ ਦੀ ਸੂਰਮਗਤੀ ਦੀ ਤਾਰੀਫ ਕਰਦੇ ਹੋਏ ਥਾਂ-ਥਾਂ 'ਤੇ ਅਜਿਹੀਆਂ ਤੁਕਾਂ ਲਿਖਦੇ ਹਨ: ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਣੋਂ ਨਾ ਭੱਜਣ, ਰੋਹੇ ਰੋਹਲੇ, ਸ਼ੀਹਾਂ ਵਾਂਗੂ ਗੱਜਣ, ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਚੰਡੀ ਦੀ ਵਾਰ ਦੀਆਂ ਕੁੱਲ 54 ਪੌੜੀਆਂ ਤੇ ਇੱਕ ਦੋਹਿਰਾ ਹੈ। ਫੌਜਾਂ ਦੀ ਚੜ੍ਹਾਈ, ਯੋਧਿਆਂ ਦੇ ਹਮਲੇ, ਵਾਰ ਪ੍ਰਤੀਵਾਰ, ਲਲਕਾਰੇ, ਗਰਜਾਂ ਤੇ ਲਹੂ ਮਿੱਝਦੇ ਨਜ਼ਾਰੇ, ਵਾਜਿਆਂ ਦੀ ਗੂੰਜ, ਫੌਜੀ ਝੰਡਿਆਂ ਤੇ ਜੰਗੀ ਧੌਂਸਿਆਂ ਦਾ ਵੀਰ ਰਸ ਭਰਪੂਰ ਵਰਣਨ ਇੱਕ ਵਾਰ ਤਾਂ ਬੁਜ਼ਦਿਲਾਂ ਵਿੱਚ ਵੀਰਤਾ ਦੀ ਜੋਸ਼ ਭਰ ਦਿੰਦਾ ਹੈ। ਦਲਾਂ ਦਾ ਭੇੜ, ਜਵਾਨਾਂ ਦਾ ਡਿੱਗਣਾ, ਸ਼ਸਤਰਾਂ ਦੀ ਚਮਕ ਦਮਕ
ਤੇ ਕੱਟ-ਵੱਢ ਦੇ ਅਦਭੁਤ ਨਜ਼ਾਰੇ ਪੇਸ਼ ਕਰਦੀ ਹੈ। ਯੁੱਧ ਭੂਮੀ ਵਿੱਚ ਤੜਫਦੀਆਂ ਲਾਸ਼ਾਂ ਤੇ ਖੂਨ ਦੀਆਂ ਵਗਦੀਆਂ ਨਦੀਆਂ ਮਹਾਂਪਰਲੋ ਦੀ ਯਾਦ ਲਿਆਉਂਦੀਆਂ ਹਨ। ਜ਼ਰਾ ਦੇਖੋ ਜੰਗ ਦੇ ਮੈਦਾਨ ਦਾ ਸਜੀਵ ਯਥਾਰਥਕ ਅਦਭੁਤ ਤੇ ਭਿਆਨਕ ਦ੍ਰਿਸ਼। ਇਹ ਰਚਨਾ ਨਿਰਾ ਵੀਰ ਰਸ ਦਾ ਸੰਚਾਰ ਹੀ ਨਹੀਂ ਕਰਦੀ, ਸਗੋਂ ਆਪਣੇ ਕਾਵਿਕ ਗੁਣਾਂ ਵਿੱਚ ਵੀ ਉੱਗੀ ਹੈ। ਵੀਰ ਰਸ ਦੇ ਨਾਲ-ਨਾਲ ਹਾਸ ਰਸ ਤੇ ਸ਼ਿੰਗਾਰ ਰਸ ਵੀ ਭਰਿਆ ਹੈ। ਕ੍ਰੋਧ ਤੇ ਅਦਭੁਤ ਰਸ ਦੇ ਨਮੂਨੇ ਵੀ ਪੇਸ਼ ਕੀਤੇ ਹਨ। ਕਿਧਰੇ-ਕਿਧਰੇ ਘ੍ਰਿਣਾ ਰਸ ਆ ਜਾਂਦਾ ਹੈ, ਨਾਲ ਹੀ ਸ਼ਿੰਗਾਰ ਰਸ ਦਾ ਰੰਗ ਵੀ ਦੇਖਿਆ ਜਾਂਦਾ ਹੈ। ਇਸ ਵਿੱਚ ਅਲੰਕਾਰਾਂ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ। ਉਪਮਾਵਾਂ ਬਹੁਤ ਸਾਰੀਆਂ ਨਵੀਆਂ ਤੇ ਢੁਕਵੀਆਂ ਦਿੱਤੀਆਂ ਹਨ। ਰੂਪਕ ਅਤਿਅੰਤ ਪ੍ਰਭਾਵਸ਼ਾਲੀ ਤੇ ਰਸਦਾਇਕ ਹਨ। ਇਹਨਾਂ ਤੋਂ ਬਿਨਾਂ ਅਤਿਕਥਨੀ, ਗੂੜ, ਗੁਣੋਤਰ, ਲੋਕੋਕਤੀ, ਛੋਕੋਕਤੀ ਤੇ ਅਨੇਕਾਂ ਕਿਸਮਾਂ ਦੇ ਅਨੁਪ੍ਰਾਸਾਂ ਦੇ ਨਮੂਨੇ ਵੀ ਦੇਖੇ ਜਾ ਸਕਦੇ ਹਨ। ਉਪਮਾ: ਸ਼ੀਹਾਂ ਵਾਂਗੂ ਗੱਜਣ ਸਭੇ ਸੂਰਮੇ, ਬੱਦਲ ਜਿਉਂ ਮਹਿਖਾਸੁਰ ਰਣ ਵਿੱਚ ਗੱਜਿਆ। ਰੂਪਕ: ਘਾੜ ਘੜਨ ਠਠਿਆਰੇ ਜਾਨ ਬਣਾਇਕੇ। ਅਤਿਕਥਨੀ: ਲਿਸ਼ਕਣ ਤੇਗਾਂ ਬਰਛੀਆਂ, ਸੂਰਜ ਨਦਰ ਨ ਆਏ। ਵਾਹਨ ਵਾਰੋ ਵਾਰੀ ਸੂਰੇ ਸੰਗਰੇ। ਇਹਨਾਂ ਤੋਂ ਬਿਨਾਂ ਸ਼ਬਦ ਚਿੱਤਰਾਂ ਦੇ ਨਾਦ ਚਿੱਤਰਾਂ ਦੇ ਸੁੰਦਰ ਨਮੂਨੇ ਵੀ ਮਿਲਦੇ ਹਨ। ਇਸ ਦੀਆਂ ਪਉੜੀਆਂ ਵਿੱਚ ਨਿਸ਼ਾਨੀ ਛੰਦ ਦੇ ਨਾਲ-ਨਾਲ ਸਿਰਖੰਡੀ ਛੰਦ ਵੀ ਵਰਤਿਆ ਜਾਂਦਾ ਹੈ। ਤੁਕਾਂ ਦੀ ਗਿਣਤੀ 4 ਤੋਂ 12 ਤੱਕ ਹੈ। ਭਾਸ਼ਾ ਬੜੀ ਠੇਠ, ਜ਼ੋਰਦਾਰ ਪਰ ਦੁਆਬੀ ਅਸਰ ਵਾਲੀ ਹੈ। ਵਾਵਾ ਦੀ ਥਾਂ ਬੱਬਾ ਬਹੁਤ ਹੀ ਵਰਤਿਆ ਹੈ। ਬ੍ਰਜੀ ਭਾਸ਼ਾ ਦਾ ਕਾਫੀ ਪ੍ਰਭਾਵ ਹੈ। ਬੋਲੀ ਵਿੱਚ ਨਵੇਂ-ਨਵੇਂ ਵਾਕੰਸ਼ ਤੇ ਸਮਾਸ ਵਰਤ ਕੇ ਉਹਨਾਂ ਨੂੰ ਬਲਵਾਨ, ਕੁਦਰਤੀ ਤੇ ਰਸਦਾਇਕ ਬਣਾ ਦਿੱਤਾ ਹੈ। ਕਈ ਸ਼ਬਦਾਂ ਨੂੰ ਤੋੜ ਮਰੋੜ ਵੀ ਲਿਆ ਹੈ। ਉਂਝ ਸ਼ਬਦਾਵਲੀ ਭਾਵਾਂ ਅਨੁਸਾਰ ਚੁਣ ਕੇ ਵਰਤੀ ਹੈ। ਸ਼ਬਦਾਂ ਦੀ ਹੋਰ ਜੜਤ ਘੜਤ ਅਤੇ ਵਰਤੋਂ ਸ਼ਲਾਘਾਯੋਗ ਹੈ। ਇਹੋ ਹੀ ਕਾਰਨ ਹੈ ਕਿ ਇਸ ਰਚਨਾ ਵਿੱਚ ਵੀਰ ਰਸ ਦੇ ਖੁੱਲ੍ਹੇ ਸੰਸਾਰ ਦੇ ਨਾਲ-ਨਾਲ ਕਲਾ ਵੀ ਰੂਪਮਾਨ ਹੁੰਦੀ ਹੈ। ਇਸ ਦਾ ਵਰਣਨ ਢੰਗ ਅਤਿਅੰਤ ਪ੍ਰਭਾਵਸ਼ਾਲੀ ਹੈ। ਇਸ ਦਾ ਨਾਟਕੀ ਰੰਗ ਵੀ ਵੇਖਣਯੋਗ ਹੈ। ਪਾਤਰ ਚਿੱਤਰਣ ਵਿੱਚ ਇਹ ਰਚਨਾ ਆਦਰਸ਼ਵਾਦੀ ਹੈ। ਰਾਖਸ਼, ਸਰਦਾਰਾਂ ਤੇ ਚੰਡੀ ਦਾ ਪਾਤਰ ਚਿੱਤਰਣ ਅਤੀ ਨੀਜ ਤੇ ਰੀਝ ਨਾਲ ਕੀਤਾ ਗਿਆ ਹੈ। ਸਮੁੱਚੇ ਤੌਰ ਤੇ ਇਹ ਰਚਨਾ ਪੰਜਾਬੀ ਸਾਹਿਤ ਦੀ ਇੱਕ ਲਾਸਾਨੀ ਤੇ ਸਰਵੋਤਮ ਕਿਰਤ ਹੈ। ਗੁਰੂ ਜੀ ਨੇ ਪ੍ਰਭੂ ਦੇ ਬਿਰਹੋਂ ਨੂੰ ਬੜੇ ਸੁਚੱਜੇ ਢੰਗ ਨਾਲ ਵਰਣਨ ਕੀਤਾ ਹੈ। ਮਾਛੀਵਾੜੇ ਦੇ ਜੰਗਲ ਵਿੱਚ ਮਿੱਤਰ ਪਿਆਰੇ ਨੂੰ ਦਿੱਤਾ ਸੁਨੇਹਾ ਅੱਜ ਵੀ ਸੁਣ ਕੇ ਮਨ ਵਿੱਚ ਦਰਦ ਭਰੀ ਹੂਕ ਉੱਠਦੀ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦਾ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਗੁਰੂ ਜੀ ਨੇ ਪੰਜਾਬੀ ਵਿੱਚ ਭਾਵੇਂ ਬਹੁਤ ਕੁਝ ਨਹੀਂ ਲਿਖਿਆ, ਪਰ ਜੋ ਵੀ ਲਿਖਿਆ ਉਹ ਉੱਚ ਪਾਇਦਾ ਹੈ। ਚੰਡੀ ਦੀ ਵਾਰ ਪੰਜਾਬੀ ਵਾਰ ਸਾਹਿਤ ਵਿੱਚ ਸਭ ਤੋਂ ਉੱਚਾ ਸਥਾਨ ਰੱਖਦੀ ਹੈ। ਸਾਈਂ ਬੁੱਲ੍ਹੇ ਸ਼ਾਹ ਦੇ ਜੀਵਨ, ਉਸਦੀ ਰਚਨਾ ਤੇ ਕਾਵਿ ਕਲਾ ਉੱਤੇ ਇੱਕ ਲੇਖ ਲਿਖੋ। ਸਾਈਂ ਬੁੱਲ੍ਹੇ ਸ਼ਾਹ ਦਾ ਜਨਮ 1680 ਈਸਵੀ ਵਿੱਚ ਪਿੰਡ ਪਾਂਡੋਕੇ, ਜ਼ਿਲ੍ਹਾ ਲਾਹੌਰ ਵਿਖੇ ਪਿਤਾ ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਸਾਈਂ ਬੁੱਲ੍ਹੇ ਸ਼ਾਹ ਨੂੰ ਦਰਵੇਸ਼ੀ ਤੇ ਫਕੀਰੀ ਸੁਭਾਅ ਆਪਣੇ ਪਿਤਾ ਪਾਸੋਂ ਵਿਰਸੇ ਵਿੱਚ ਮਿਲਿਆ। ਬੁੱਲ੍ਹੇ ਸ਼ਾਹ ਨੇ ਮੁੱਢਲੀ ਵਿੱਦਿਆ ਪਿੰਡ ਦੇ ਮਦਰਸੇ ਵਿੱਚ ਹਾਸਲ ਕੀਤੀ ਅਤੇ ਫਿਰ ਉੱਚੀ ਵਿੱਦਿਆ ਲਈ ਉਹ ਕਸੂਰ ਵਿਖੇ ਹਜ਼ਰਤ ਗੁਲਾਮ ਮੁਰਤਜ਼ਾ ਕੋਲ ਪਹੁੰਚੇ। ਇੱਥੋਂ ਵਿਹਲੇ ਹੋ ਕੇ ਆਪ ਦੇ ਮਨ ਵਿੱਚ ਫਕੀਰੀ ਦਾ ਸ਼ੌਂਕ ਜਾਗ ਪਿਆ, ਸੋ ਆਪ ਪੂਰਨ ਗੁਰੂ ਦੀ ਭਾਲ ਕਰਦੇ ਲਾਹੌਰ ਪਹੁੰਚੇ, ਜਿੱਥੇ ਆਪ ਦਾ ਮੇਲ ਇਨਾਇਤ ਸ਼ਾਹ ਕਾਦਰੀ ਨਾਲ ਹੋਇਆ। ਸ਼ਾਹ ਸਾਹਿਬ ਬੜੇ ਪਹੁੰਚੇ ਹੋਏ ਫਕੀਰ ਸਨ। ਬੁੱਲ੍ਹੇ ਸ਼ਾਹ ਉਹਨਾਂ ਦਾ ਸ਼ਾਗਿਰਦ ਬਣ ਗਿਆ। ਇਨਾਇਤ ਸ਼ਾਹ ਜਾਤ ਦੇ ਅਰਾਈ ਸਨ ਤੇ ਬੁੱਲ੍ਹੇ ਸ਼ਾਹ ਸੱਯਦ। ਬੁੱਲ੍ਹੇ ਸ਼ਾਹ ਦੇ ਸੰਬੰਧੀਆਂ ਨੇ ਉਸਦੇ ਨੀਵੀਂ ਜਾਤੀ ਦੇ ਵਿਅਕਤੀ ਨੂੰ ਗੁਰੂ ਧਾਰਨ ਤੇ ਬੁਰਾ ਮਨਾਇਆ, ਪਰ ਗੁਰੂ ਪ੍ਰੇਮ ਵਿੱਚ ਰੰਗੇ ਬੁੱਲ੍ਹੇ ਸ਼ਾਹ ਨੇ ਜਵਾਬ ਦਿੱਤਾ, ਜੋ ਕੋਈ ਸਾਨੂੰ ਸੱਯਦ ਆਖੇ, ਦੋਜ਼ਖ ਮਿਲਣ ਸਜਾਈਆਂ। ਬੁੱਲ੍ਹੇ ਸ਼ਾਹ ਦਾ ਸਮਾਂ ਮੁਗਲ ਰਾਜ ਦੀ ਢਹਿੰਦੀ ਕਲਾ ਦਾ ਸਮਾਂ ਸੀ, ਪਰ ਇਸਲਾਮ ਧਰਮ ਦੇ ਆਗੂਆਂ ਵਿੱਚ ਸ਼ਰਈ ਕੱਟੜਤਾ ਭਰੀ ਸੀ। ਬੁੱਲ੍ਹੇ ਸ਼ਾਹ ਆਪਣੇ ਸੂਫੀ ਵਿਚਾਰਾਂ ਕਾਰਨ ਸ਼ਰਅ ਦੀ ਕੋਈ ਪਰਵਾਹ ਨਹੀਂ ਸੀ ਕਰਦਾ।
ਉਸ ਦੇ ਸ਼ਰ੍ਹਾ ਦੀ ਵਿਰੋਧਤਾ ਵਿੱਚ ਬਹੁਤਾ ਖੁੱਲ੍ਹ ਜਾਣ ਉੱਤੇ ਉਸ ਦੇ ਮੁਰਸ਼ਦ ਇਨਾਇਤ ਸ਼ਾਹ ਨੇ ਉਸ ਨੂੰ ਆਪਣੇ ਡੇਰੇ ਵਿੱਚੋਂ ਕੱਢ ਦਿੱਤਾ। ਮੁਰਸ਼ਦ ਦੇ ਵਿਛੋੜੇ ਨਾਲ ਬੁੱਲ੍ਹੇ ਸ਼ਾਹ ਤੜਫ ਉੱਠਿਆ ਤੇ ਉਹ ਤਰਲੇ ਨਾਲ ਗਾਉਣ ਲੱਗਾ, ਬੋਹੜੀ ਵੇ ਤਬੀਬਾ ਮੇਰੀ ਜਿੰਦ ਗਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਬੁੱਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਖੁਸ਼ ਕਰਨ ਲਈ ਨਾਚ ਤੇ ਰਾਗ ਸਿੱਖਿਆ ਤੇ ਇੱਕ ਦਿਨ ਇਨਾਇਤ ਸ਼ਾਹ ਨੇ ਜਿਸ ਰਸਤੇ ਲੰਘਣਾ ਸੀ, ਬੁੱਲ੍ਹੇ ਸ਼ਾਹ ਉਸ ਰਸਤੇ ਵਿੱਚ ਅਖਾੜਾ ਲਾ ਕੇ ਗਾਉਣ ਲੱਗ ਪਿਆ, ਮੈਂ ਤੈਂਡੇ ਕੁਰਬਾਨ ਵੇ ਵੇੜੇ ਆਵੜ ਮੇਰੇ, ਭਾਵੇਂ ਜਾਣ ਨਾ ਜਾਣ ਵੇ ਵੇੜੇ ਆਵੜ ਮੇਰੇ, ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਢੂੰਡੇ ਜੰਗਲ ਬੇਲੇ ਰੋਹੀ, ਢੂੰਡਿਆ ਮੈਂ ਸਾਰਾ ਜਹਾਨ ਵੇ ਵੇੜੇ ਆਵੜ ਮੇਰੇ। ਸੁਰੀਲੀ ਆਵਾਜ਼ ਤੇ ਸੋਝ ਇਨਾਇਤ ਸ਼ਾਹ ਕਾਦਰੀ ਨੇ ਬੁੱਲ੍ਹੇ ਸ਼ਾਹ ਨੂੰ ਪਛਾਣ ਲਿਆ ਤੇ ਗੱਲ ਨਾਲ ਲਾ ਲਿਆ। 1718 ਈਸਵੀ ਵਿੱਚ ਇਨਾਇਤ ਸ਼ਾਹ ਦੇ ਚਲਾਣੇ ਪਿੱਛੋਂ ਬੁੱਲ੍ਹੇ ਸ਼ਾਹ ਮੁਰਸ਼ਦ ਦੀ ਗੱਦੀ 'ਤੇ ਬਿਰਾਜਮਾਨ ਹੋਇਆ। ਬੁੱਲ੍ਹੇ ਸ਼ਾਹ ਦਾ ਦੇਹਾਂਤ 1758 ਈਸਵੀ ਵਿੱਚ ਹੋਇਆ। ਰਚਨਾ ਤੇ ਕਾਵ ਕਲਾ 156 ਕਾਫੀਆਂ, 1 ਅਠਵਾਰਾਂ, 1 ਬਾਰਾਂਮਾਹਾਂ, 3 ਸ਼ਹਿਰਫੀਆਂ, 48 ਦੋਹੜੇ ਤੇ 40 ਗੰਢਾਂ। ਬੁੱਲ੍ਹੇ ਸ਼ਾਹ ਦੇ ਨਾਂ ਨਾਲ ਕੁਝ ਅਣਛਪੀ ਰਚਨਾ ਵੀ ਜੋੜੀ ਜਾਂਦੀ ਹੈ। ਬੁੱਲ੍ਹੇ ਸ਼ਾਹ ਦੇ ਬਹੁਤ ਹਰਮਨ ਪਿਆਰਾ ਕਵੀ ਹੋਣ ਕਰਕੇ ਉਸ ਦੀ ਰਚਨਾ ਵਿੱਚ ਰਲਾ ਵੀ ਪੈ ਗਿਆ ਹੈ। ਬੁੱਲ੍ਹੇ ਸ਼ਾਹ ਦੀ ਰਚਨਾ ਉਸ ਤੋਂ ਪਹਿਲਾਂ ਹੋਏ ਸੂਫੀਆਂ ਨਾਲੋਂ ਵੱਧ ਹੈ ਤੇ ਉਸ ਨੇ ਸਭ ਤੋਂ ਵੱਧ ਕਾਵਿ ਰੂਪਾਂ ਦੀ ਵਰਤੋਂ ਕੀਤੀ ਹੈ। ਬੁੱਲ੍ਹੇ ਸ਼ਾਹ ਨੇ ਭਾਵਾਂ ਦੇ ਅਨੁਸਾਰ ਰਾਗਾਂ ਤੇ ਰਾਗਨੀਆਂ ਦੀ ਵਰਤੋਂ ਕੀਤੀ ਹੈ। ਇਸ਼ਕ ਦਾ ਕਵੀ ਹੋਣ ਕਰਕੇ ਬੁੱਲ੍ਹੇ ਸ਼ਾਹ ਦੀ ਕਵਿਤਾ ਵਿੱਚ ਵਲਵਲਾ, ਰਾਗ, ਮਿਠਾਸ ਤੇ ਮਸਤੀ ਹੈ। ਉਸ ਦੀ ਕਵਿਤਾ ਵਿੱਚ ਸ਼ਾਹ ਹੁਸੈਨ ਨਾਲੋਂ ਵਧੇਰੇ ਲਟਬੋਰਾਪਨ ਤੇ ਮਸਤੀ ਹੈ। ਬੁੱਲ੍ਹੇ ਸ਼ਾਹ ਦੇ ਵਿਚਾਰ ਵਿਕਾਸਸ਼ੀਲ ਹਨ। ਉਸ ਦੇ ਵਿਚਾਰਾਂ ਵਿੱਚ ਨਿੱਜੀ ਅਨੁਭਵ ਤੇ ਬਾਹਰਮੁਖੀ ਪ੍ਰਭਾਵਾਂ ਕਾਰਨ ਡੂੰਘਾਈ ਤੇ ਪਰਿਵਰਤਨ ਆਉਂਦਾ ਗਿਆ। ਆਰੰਭ ਵਿੱਚ ਬੁੱਲ੍ਹੇ ਸ਼ਾਹ ਸ਼ਰਅ ਦਾ ਪਾਬੰਦ ਸੀ ਤੇ ਇੱਕ ਸ਼ਰਈ ਮੁਸਲਮਾਨ ਵਾਂਗ ਉਹ ਹਜ਼ਰਤ ਮੁਹੰਮਦ ਸਾਹਿਬ ਦਾ ਆਸਰਾ ਲੱਭਦਾ ਸੀ। ਉਹ ਲਿਖਦਾ ਹੈ, ਜਾ ਰਾਹ ਸ਼ਰਅ ਦਾ ਪਕੜੇਗਾ ਤਾਂ ਓਟ ਮੁਹੰਮਦ ਹੋਵੇਗੀ। ਬੁੱਲ੍ਹਾ ਇਨਾਇਤ ਸ਼ਾਹ ਤੋਂ ਫਕੀਰੀ ਧਾਰਨ ਕਰਕੇ ਸੂਫੀ ਵਿਚਾਰਾਂ ਨੂੰ ਅਪਣਾਉਂਦਾ ਹੈ। ਉਸ ਦਾ ਰਸੂਲ ਪ੍ਰੇਮ ਮੁਰਸ਼ਦ ਪ੍ਰੇਮ ਵਿੱਚ ਤਬਦੀਲ ਹੋ ਜਾਂਦਾ ਹੈ। ਉਹ ਲਿਖਦਾ ਹੈ, ਮੇਰਾ ਮੁਰਸ਼ਦ ਸਾਹ ਅਨਾਇਤ ਉਹ ਲੰਘਾਏ ਪਾਰ। ਉਹ ਮੁਰਸ਼ਦ ਦਾ ਵਿਛੋੜਾ ਪਲ ਭਰ ਵੀ ਨਹੀਂ ਸੀ ਸਹਾਰ ਸਕਦਾ। ਉਸਨੇ ਇਨਾਇਤ ਸ਼ਾਹ ਦੇ ਗੁੱਸੇ ਹੋਣ ਕਾਰਨ ਪਏ ਵਿਛੋੜੇ ਵਿੱਚ ਤੜਫਦਿਆਂ ਹੋਇਆ ਬਹੁਤ ਕਾਫੀਆਂ ਲਿਖੀਆਂ, ਜਿਵੇਂ ਬਸ ਕਰ ਜੀ ਹੁਣ ਬਸ ਕਰ ਜੀ, ਕਾਈ ਗੱਲ ਅਸਾਂ ਨਾਲ ਕਰ ਜੀ, ਹੱਸ ਕਰ ਜੀ। ਮੁਰਸ਼ਦ ਦਾ ਦੁਬਾਰਾ ਮਿਲਾਪ ਪ੍ਰਾਪਤ ਹੋਣ 'ਤੇ ਉਸਨੇ ਖੁਸ਼ੀ ਵਿੱਚ ਬਹੁਤ ਸਾਰੀਆਂ ਕਾਫੀਆਂ ਲਿਖੀਆਂ, ਜਿਵੇਂ ਆਓ ਨੀ ਸਈਓ ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ। ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨਾ ਦਾ ਇਹ ਵਿਚਾਰ ਠੀਕ ਹੈ ਕਿ ਬੁੱਲ੍ਹੇ ਸ਼ਾਹ ਦਾ ਸੂਫੀ ਰਹੱਸਵਾਦ ਸ਼ਾਹ ਅਨਾਇਤ ਨੂੰ ਮੁਰਸ਼ਦ ਮੰਨਣ ਤੋਂ ਤੁਰਦਾ ਹੈ। ਸੂਫੀ ਰਹੱਸਵਾਦ ਅਨੁਸਾਰ ਬੁੱਲ੍ਹਾ ਪੀਰ ਮੁਰਸ਼ਦ ਤੋਂ ਮਗਰੋਂ ਨਬੀ ਰਸੂਲ ਨੂੰ ਮਹਿਬੂਬ ਬਣਾਉਂਦਾ ਹੈ ਤੇ ਫਿਰ ਧਰਮ ਕਰਮ ਤੋਂ ਸੁਤੰਤਰ ਹੋ ਜਾਂਦਾ ਹੈ। ਫਿਰ ਉਸਨੂੰ ਰਾਮ ਸ਼ਾਮ ਤੇ ਅਹਿਮਦ ਵਿੱਚ ਕੋਈ ਫਰਕ ਨਹੀਂ ਦਿਸਦਾ। ਉਹ ਲਿਖਦਾ ਹੈ, ਬਿੰਦਰਾ ਬਨ ਮੇ ਗਊ ਚਰਾਵੇ, ਲੰਕਾ ਸਾੜ ਕੇ ਨਾਦ ਬਜਾਵੇ, ਮੱਕੇ ਦਾ ਬਣ ਹਾਜੀ ਆਵੇ, ਵਾਹ ਵਾਹ ਰੰਗ ਵਟਾਈ ਦਾ। ਇਸ ਤੋਂ ਪਿੱਛੋਂ ਉਹ ਅਦੈਵਤਵਾਦੀ ਬਣ ਜਾਂਦਾ ਹੈ ਅਤੇ ਪਰਮਾਤਮਾ ਤੇ ਆਤਮਾ ਦੀ ਏਕਤਾ ਨੂੰ ਅਨੁਭਵ ਕਰਦਾ ਹੈ। ਸਧਾਰਨ ਜਨਤਾ ਦੇ ਪੱਧਰ 'ਤੇ ਬੁੱਲ੍ਹਾ ਹੀਰ ਰਾਂਝੇ ਦੇ ਇਸ਼ਕ ਵਿੱਚ ਵੀ ਇਸ਼ਕ ਹਕੀਕੀ ਦੀ ਝਲਕ ਅਨੁਭਵ ਕਰਦਾ ਹੈ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ, ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ, ਹੋਰ ਖਿਆਲ ਨਾ ਕੋਈ। ਇਸ਼ਕ ਹਕੀਕੀ ਦੇ ਸਿਖਰ 'ਤੇ ਪੁੱਜ ਕੇ ਉਹ ਸਾਈਂ ਨੂੰ ਘੱਟ ਘੱਟ ਵੱਸਦਾ ਅਨੁਭਵ ਕਰਦਾ ਹੈ ਤੇ ਇਸ ਅਵਸਥਾ 'ਤੇ ਪੁੱਜ ਕੇ ਉਹ ਮਜ਼ਹਬ ਦੇ ਸਾਰੇ ਕਰਮ ਕਾਂਡ ਫੋਕਟ ਦਿਖਾਈ ਦੇਣ ਲੱਗੀ। ਉਹ ਕਹਿਣ ਲੱਗਾ, ਫੂਕ ਮੁਸਲਾ ਭੰਨ ਸਿੱਟ ਲੋਟਾ, ਨਾ ਫੜ ਤਸਬੀਹ ਕਾਸਾ ਸੋਟਾ, ਆਲਮ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋਂ ਖਾਂ ਮੁਰਦਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸੇ ਅਨੁਭਵ ਅਧੀਨ ਹੀ ਉਹ ਪੰਡਤਾਂ ਤੇ ਮੁੱਲਾਂ ਦੀ ਕਰੜੀ ਆਲੋਚਨਾ ਕਰਦਾ ਹੈ। ਉਹ ਲਿਖਦਾ ਹੈ, ਧਰਮਸਾਲ ਤੜਵਾਈ ਵਸਦੇ, ਠਾਕਰ ਦੁਆਰੇ ਠੱਗ, ਵਿੱਚ ਮਸੀਤਾਂ ਰਹਿਣ ਕਸਾਈ, ਆਸ਼ਕ ਰਹਿਣ ਅਲੱਗ। ਬੁੱਲ੍ਹੇ ਸ਼ਾਹ ਨੇ ਆਪਣੀਆਂ ਕਾਫੀਆਂ ਵਿੱਚ ਸੰਸਾਰ ਦੀ ਨਾਸ਼ਮਾਨਤਾ ਨੂੰ
ਦ੍ਰਿੜਾਉਂਦਿਆਂ ਜੀਵ ਨੂੰ ਰੱਬ ਦੀ ਭਗਤੀ ਵੱਲ ਲੱਗਣ ਦੀ ਪ੍ਰੇਰਨਾ ਦਿੱਤੀ ਤੇ ਨਾਲ ਹੀ ਉਹ ਸਦਾਚਾਰੀ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਾ ਹੈ। ਉਹ ਪਖੰਡੀ ਜੀਵਨ ਦਾ ਕੱਟੜ ਵਿਰੋਧੀ ਹੈ। ਸਾਵੀ ਦੇ ਕੇ ਲਹੋ ਸਵਾਈ, ਡੇਹ ਉੱਡਿਆਂ ਤੇ ਬਾਜੀ ਲਾਈ, ਇਹ ਮੁਸਲਮਾਨੀ ਕਿੱਥੋਂ ਪਾਈ, ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ। ਉਹ ਜ਼ਾਲਮਾਂ ਤੇ ਜ਼ੋਰਾਵਰਾਂ ਦੇ ਹੱਥੋਂ ਕਿਰਤੀਆਂ ਦੀ ਹੁੰਦੀ ਲੁੱਟ ਦਾ ਵਿਰੋਧੀ ਹੈ, ਪਰ ਉਹ ਜ਼ਬਰ ਦੇ ਖਾਤਮੇ ਲਈ ਕਿਰਤੀਆਂ ਨੂੰ ਕੋਈ ਇਨਕਲਾਬੀ ਲੀ ਨਹੀਂ ਦਿੰਦਾ, ਸਗੋਂ ਜਾਬਰ ਨੂੰ ਮੌਤ ਦਾ ਡਰ ਦਿੰਦਾ ਹੈ। ਕਰ ਲੈ ਚਾਵੜ ਚਾਰ ਦਿਹਾੜੇ, ਥੀਸੇ ਅਤੇ ਨਿਮਾਣਾ। ਇਸੇ ਤਰ੍ਹਾਂ ਬੁੱਲ੍ਹੇ ਸ਼ਾਹ ਇੱਕ ਸੁਧਾਰਵਾਦੀ ਹੈ। ਉਸ ਨੂੰ ਮੁਗਲ ਰਾਜ ਦੀ ਅਧੋਗਤੀ ਦਾ ਦੁੱਖ ਹੈ ਤੇ ਉਸ ਨੂੰ ਸਿੱਖਾਂ ਦੀ ਵਧਦੀ ਤਾਕਤ ਪਸੰਦ ਨਹੀਂ। ਉਹ ਲਿਖਦਾ ਹੈ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਬੁੱਲ੍ਹੇ ਸ਼ਾਹ ਨੇ ਆਪਣੀ ਰਚਨਾ ਵਿੱਚ ਸਾਦੀ ਤੇ ਠੇਠ ਪੰਜਾਬੀ ਦੀ ਵਰਤੋਂ ਕੀਤੀ ਹੈ। ਉਸ ਦੀ ਰਚਨਾ ਸੰਗੀਤ, ਮਿਠਾਸ ਤੇ ਰਸ ਨਾਲ ਭਰਪੂਰ ਹੈ। ਉਸ ਨੇ ਅਲੰਕਾਰ ਵੀ ਘਰੋਗੀ ਵਰਤੇ ਹਨ। ਬੁੱਲ੍ਹੇ ਸ਼ਾਹ ਦੇ ਅਠਵਾਰੇ ਤੇ 12 ਮਾਹ ਵਿੱਚ ਬਰਜੀ ਦਾ ਗੂੜਾ ਰੰਗ ਹੈ ਅਤੇ ਉਹਨਾਂ ਦਾ ਵਿਸ਼ਾ ਪਰੰਪਰਾਗਤ ਬਿਰਹੋ ਹੈ। ਦੇਖੋ 12 ਮਾਹ ਦਾ ਨਮੂਨਾ। ਜੇਠ ਜੁੱਸੇ ਮੇਰੇ ਅਗਨ ਹੈ, ਜਬਕੇ ਵਿਛੜੇ ਮੀਤ, ਸੂਝ ਸੂਝ ਕੁੱਟ ਕੁੱਟ ਝੁਰਮਰੂ, ਜੋ ਇਹ ਤੁਮਰੀ ਪ੍ਰੀਤ। ਲੋਆਂ ਧੁੱਪਾਂ ਪੈਂਦੀਆਂ, ਜੇਠ ਮਜਲਿਸ ਬਹਿੰਦੀ ਬਾਗਾਂ ਹੇਠ, ਪੱਤੀ ਠੰਡੀ ਵੇਗ ਵੱਗੇ ਬੈਠ, ਦਫ਼ਤਰ ਕੱਢ ਪੁਰਾਣੇ ਵੇਖ, ਮੋਹਰਾ ਖਾਲੀ ਆ। ਬੁੱਲ੍ਹੇ ਦੀ ਰਚਨਾ ਦੇ ਛੰਦ ਦਾ ਰੂਪ ਕਾਫੀ ਹੈ। ਇਹ ਕਵਾਲੀ ਜਾਂ ਸੰਗੀਤ ਹੈ। ਬੁੱਲ੍ਹੇ ਦੇ ਖਿਆਲਾਂ ਵਿੱਚ ਗੰਭੀਰਤਾ ਦਾ ਇੱਕ ਤੀਬਰ ਵੇਗ ਹੈ।